ਤੁਸੀਂ ਕੀ ਸੋਚਦੇ ਹੋ ਵੀ ਪੰਜਾਬ 'ਚ ਬੀਜੇਪੀ ਨੂੰ ਕਿਤੇ ਪੈਰ ਲੱਗਣ ਦੀ ਥਾਂ ਹੈਗੀ ਆ? ਤੁਸੀਂ ਰੱਖ ਹੈ ਕੋਈ ਬੀਜੇਪੀ ਦੇ ਲੀਡਰ ਵਿਚਾਰੇ ਦਿੱਲੀ ਬੈਠੇ ਆ ਸਾਰੇ ਆ, ਮੈਂ ਉੱਥੋਂ ਹੀ ਆਇਆ, ਸਾਡੀਆਂ ਮੀਟਿੰਗਾਂ ਸੀ ਪਿਊਸ਼ ਗੋਇਲ ਤੇ ਅਮਿਤ ਸ਼ਾਹ ਜੀ ਨਾਲ। ਇਹ ਤਾਂ ਉੱਥੇ ਹੀ ਬੈਠੇ, ਉਹਨਾਂ ਦੀ ਗੋਦੀਆਂ 'ਚ ਇੱਥੇ ਪੰਜਾਬ ਆਉਂਦੇ ਨਹੀਂਗੇ, ਸ਼ੰਭੂ ਤੋਂ ਵੜਨ ਨਹੀਂ ਦਿੰਦਾ ਇਹਨਾਂ ਨੂੰ ਕੋਈ। ਤੁਸੀਂ ਸੁਣੋ ਬੀਜੇਪੀ ਦਾ ਪੱਲੇ ਕੀ ਆ ਯਾਰ, ਛੱਡੋ ਬੀਜੇਪੀ ਵਾਲਾ। ਆ ਬੈਠਾ ਮੈਂ, ਆ ਜਾਣ ਬੀਜੇਪੀ ਮੇਰੇ ਨਾਲ ਗੱਲ ਕਰੇ, ਐਵੇਂ ਹੀ ਉੱਥੇ ਸੜਕਾਂ ਤੇ 20 ਮੈਂ ਗਿਣਤੀ 'ਚ ਗਿਣੀ ਸੀ ਵੀ ਕਿੰਨੇ ਬੰਦੇ ਸੀ, 15ਵਾਂ ਬੰਦਾ ਨਹੀਂ ਸੀ, 14 ਵੀ ਪੂਰੇ ਨਹੀਂ ਸੀਗੇ। ਤੇ ਗੱਲ ਮੇਰੇ ਨਾਲ ਆ ਕੇ ਆਮਣੇ ਸਾਹਮਣੇ ਕਰ ਲੈਣ ਮੈਨੂੰ, ਮੈਂ ਡਰਦਾ ਇਹਨਾਂ ਤੋਂ। ਖਬਰ ਲੈਂਦੇ ਹਾਂ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਅੱਜ ਬੱਚਤ ਵਿਭਾਗ ਵਿਖੇ ਇੱਕ ਬੈਠਕ ਕੀਤੀ ਗਈ, ਜਿਸ ਦੇ ਵਿੱਚ ਲੁਧਿਆਣਾ ਦੇ ਵਿਕਾਸ ਕਾਰਜਾਂ ਸੰਬੰਧੀ ਉਹਨਾਂ ਅਫਸਰਾਂ ਤੋਂ ਜਾਇਜ਼ਾ ਲਿਆ ਅਤੇ ਨਾਲ ਹੀ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸੇ ਦੌਰਾਨ ਰਵਨੀਤ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਹਾਰ ਇਲੈਕਸ਼ਨ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਚੈਨਲਾਂ ਤੇ ਕਾਂਗਰਸ ਨੂੰ ਬਹੁਮਤ ਮਿਲ ਰਿਹਾ ਸੀ, ਪਰ ਜੋ ਅਸਲ ਤਸਵੀਰ ਸਾਹਮਣੇ ਆਈ ਹੈ ਉਸ ਤੋਂ ਕਾਫੀ ਹੈਰਾਨ ਹੋ ਰਹੇ ਹਾਂ। ਇਸੇ ਦੌਰਾਨ ਕਿਸਾਨ ਅੰਦੋਲਨ ਨੂੰ ਲੈ ਕੇ ਵੀ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਉਹਨਾਂ ਦੀ ਕੇਂਦਰੀ ਮੰਤਰੀ ਨਾਲ ਮੁਲਾਕਾਤ ਹੋਈ ਹੈ ਅਤੇ ਅਮਿਤ ਸ਼ਾਹ ਨੇ ਉਹਨਾਂ ਨੂੰ ਟ੍ਰੇਨਾਂ ਚਲਾਉਣ ਦਾ ਭਰੋਸਾ ਦਿੱਤਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਭਾਜਪਾ ਨਹੀਂ ਚਾਹੁੰਦੀ ਕਿ ਕਿਸਾਨਾਂ ਦਾ ਮਸਲਾ ਹੱਲ ਹੋਵੇ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਲਗਾਤਾਰ ਕਿਸਾਨਾਂ ਦੇ ਹੱਕ ਵਿੱਚ ਹੈ। ਇਸ ਸੰਬੰਧ ਵਿੱਚ ਹੋਰ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਬਿਹਾਰ ਦੇ ਇਲੈਕਸ਼ਨ ਦੇ ਅੱਜ ਰਿਜ਼ਲਟ ਆ ਰਿਹਾ, ਰਿਜ਼ਲਟ ਚੱਲ ਰਿਹਾ ਹੈ, ਉਸ ਨੂੰ ਲੈ ਕੇ ਸਰ ਦੋਵੇਂ ਪਾਰਟੀਆਂ ਲਗਭਗ ਬਰਾਬਰੀ ਤੇ ਚੱਲ ਰਹੀਆਂ ਨੇ। ਲੱਗਦਾ ਕਿ ਕਾਂਗਰਸ ਦਾ ਉੱਥੇ ਵੋਟ ਸ਼ੇਅਰ ਥੋੜਾ ਵਧਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਿਹਤਰ ਕਰ ਸਕਦੀ। ਦੇਖੋ ਮੈਨੂੰ ਤਾਂ ਮੈਂ ਐਵੇਂ ਕਹਾਂ, ਸਾਨੂੰ ਤਾਂ ਜੋ ਚੈਨਲਸ ਦੱਸ ਰਹੇ ਸੀ, ਜੋ ਹਰ ਚੈਨਲ ਦੱਸ ਰਹੇ ਸੀ, ਉਹ ਬੜਾ ਮਹਾਗਠਬੰਧਨ ਨੂੰ ਬਹੁਤ ਵਧੀਆ ਲੀਡ ਦੇ ਰਹੇ ਸੀ, ਚੰਗੀ ਦੇ ਰਹੇ ਸੀ। ਪਰ ਹੁਣ ਜੋ ਤੁਸੀਂ ਕਹਿ ਰਹੇ ਹੋ ਬਰਾਬਰ ਦੀ ਫਾਈਟ ਆ ਜਾਂ ਜਿਹੜਾ ਬੀਜੇਪੀ ਤੇ ਉਹ ਅੱਗੇ ਆ, ਇਸ ਕਰਕੇ ਕਿਤੇ ਨਾ ਕਿਤੇ ਤਾਂ ਲੱਗ ਰਿਹਾ ਸੀ ਵੀ ਇੱਕ ਬਹੁਤ ਵੱਡੀ ਆਸ ਸੀ ਕਾਂਗਰਸ ਤੇ ਲਾਲੂ ਜੀ ਦੀ ਪਾਰਟੀ ਆ ਜਿਹੜੀ ਆਰਜੇਡੀ। ਪਰ ਜੇ ਕਮੀ ਹੋਈ ਆ, ਇਹ ਕਿਉਂ ਹੋਈ ਹੈ ਕਿ ਬੜਾ ਸ਼ੱਕ ਦਾ, ਕਿਉਂਕਿ ਜਿਹੜੀਆਂ ਰੈਲੀਆਂ ਸੀ, ਜਿਹੜੇ ਇਕੱਠ ਸੀ ਲੋਕਾਂ ਦੇ, ਉਹ ਤਾਂ ਝੂਠ ਨਹੀਂ ਕਦੇ ਬੋਲਦੇ। ਜੋ ਜੋਸ਼ ਸੀ, ਜੋ ਇੱਕ ਪ੍ਰਾਈਮ ਮਿਨਿਸਟਰ ਜਦੋਂ ਗਿਆ ਤਾਂ ਉੱਥੇ 3 ਰੈਲੀਆਂ ਜਿਹੜੀਆਂ ਪ੍ਰਾਈਮ ਮਿਨਿਸਟਰ ਦੀਆਂ ਫੇਲ ਹੋ ਗਈਆਂ। ਤੇ ਇਹ ਰਿਜ਼ਲਟ ਜਿਹੜਾ ਆ ਰਿਹਾ, ਇਹਦੇ ਵਿੱਚ ਮੈਨੂੰ ਤਾਂ ਥੋੜਾ ਜਿਹਾ ਕਿਤੇ ਨਾ ਕਿਤੇ ਜੋ ਰਿਜ਼ਲਟ ਆਉਣਾ ਚਾਹੀਦਾ ਸੀ, ਉਹ ਸਾਡੇ ਲਈ ਇਹ ਰਿਜ਼ਲਟ ਨਹੀਂ ਗਾ। ਐਗਜ਼ਿਟ ਪੋਲ ਦੇ ਵਿੱਚ ਵੀ ਦਿਖਾਇਆ ਸੀ ਆਰਜੇਡੀ ਜਿਹੜੀ ਮੈਂ ਕਿਹਾ ਜੀ, ਜਿਹੜੇ ਚੈਨਲ ਪੂਰੇ ਪੱਕੇ ਬੀਜੇਪੀ ਦੇ ਚੈਨਲ ਜਿਹੜੇ ਕਹੇ ਜਾਂਦੇ ਆ, ਜਿਹੜਾ ਅੰਬਾਨੀ ਚੈਨਲ ਚਲਾਉਂਦਾ ਏ, ਰਿਲਾਇੰਸ ਚਲਾਉਂਦਾ ਏ, ਉਹ ਚੈਨਲਾਂ ਤੇ ਜਿਹੜਾ ਹੈ ਉਹ ਮਹਾਗਠਬੰਧਨ ਬਹੁਤ ਵੱਡੀ ਲੀਡ ਤੇ ਸੀ। ਤੇ ਇਹ ਜਿਹੜੇ ਹੁਣ ਰਿਜ਼ਲਟ ਆ ਰਹੇ ਨੇ ਉਹ ਕਿਤੇ ਨਾ ਕਿਤੇ ਹੋਰ ਨੇ। ਲੱਗਦਾ ਕਿ ਪੰਜਾਬ ਦੀ ਰਾਜਨੀਤੀ ਤੇ ਫਰਕ ਪਊਗਾ ਬਿਹਾਰ ਦੀ ਇਲੈਕਸ਼ਨਾਂ ਦਾ ਰਿਜ਼ਲਟ ਜੀ? ਨਹੀਂ, ਉਹ ਤਾਂ ਉੱਥੇ ਤਾਂ ਕਿਉਂਕਿ ਕਾਂਗਰਸ ਤਾਂ ਉੱਥੇ ਤਾਂ ਇੱਕ ਛੋਟਾ ਪਾਰਟਨਰ ਆ ਕਾਂਗਰਸ ਤਾਂ, ਉਹ ਤਾਂ ਉਨੀਆਂ ਕੁ ਜਿਹੜੀਆਂ ਸੀਟਾਂ 20, 25, 30 ਸੀਟਾਂ ਉਨੀਆਂ ਕੁ ਪਹਿਲਾਂ ਮੈਨੂੰ ਲੱਗਦਾ 27 ਸੀ, ਹੁਣ ਵੀ ਇਹ 25 ਤੇ ਜਿੱਤ ਰਹੇ ਆ ਜਾਂ ਹੋਰ ਅੱਗੇ ਰਿਜ਼ਲਟ ਜਿਹੜਾ ਆ ਹੀ ਗਿਆ ਹੁਣ ਮੈਨੂੰ ਨਹੀਂ ਪਤਾ। ਪਰ ਕਾਂਗਰਸ ਦੀ ਰਾਜਨੀਤੀ ਤੇ ਪਵੇ ਨਾ ਪਵੇ, ਪਰ ਜਿਹੜਾ ਇੱਕ ਐਨਡੀਏ ਨੂੰ ਜਿਹੜੀ ਢਾਹ ਲੱਗਣੀ ਸੀ, ਜਿਵੇਂ ਕਿ ਅਕਾਲੀ ਦਲ ਬਾਹਰ ਹੋ ਗਿਆ ਸੀ, ਸ਼ਿਵ ਸੈਨਾ ਬਾਹਰ ਹੋ ਗਈ ਸੀ, ਜੇ ਕਿਤੇ ਇੱਥੇ ਵੀ JDU ਜੇ ਹਾਰ ਜਾਂਦਾ ਤਾਂ ਮੈਂ ਸਮਝਦਾ ਐਨਡੀਏ ਦਾ ਨਾਂ ਹੀ ਨਹੀਂ ਕੋਈ ਰਹਿਣਾ ਸੀ। ਐਨਡੀਏ ਤਾਂ ਹੁਣ ਵੀ ਨਹੀਂ ਬਚਣੀ। ਮੈਨੂੰ ਨਹੀਂ ਲੱਗਦਾ, ਜਿਸ ਹਿਸਾਬ ਨਾਲ ਅੰਕੜੇ ਦੱਸ ਰਿਹਾ ਵੀ ਬੀਜੇਪੀ ਆ ਜਿਹੜੀ ਉਹ ਸਿੰਗਲ ਲਾਰਜੈਸਟ ਪਾਰਟੀ ਬਣ ਰਹੀ ਹੈ ਤੇ JDU ਪਿੱਛੇ ਆ, ਤੇ ਮੈਨੂੰ ਨਹੀਂ ਲੱਗਦਾ ਵੀ ਇਹ JDU ਨੂੰ, ਨਤੀਸ਼ ਨੂੰ ਇਹ ਨਾ ਹੋਵੇ ਕਿਤੇ ਬੀਜੇਪੀ ਤੇ ਕੀ ਨਾਮ ਮੁੰਡਾ ਦੂਜਾ ਪਾਸਵਾਨ, ਉਹ ਆਪਣੀ ਕੋਈ ਚਾਲ ਖੇਲਣ ਜਾਂ ਹੋਰ ਉੱਥੇ ਕਈ ਪਲੇਅਰ ਨੇ। ਪਰ ਸਾਨੂੰ ਇਹ 'ਚ ਕੋਈ ਸ਼ੱਕ ਨਹੀਂ ਵੀ ਜਿਹੜਾ ਝਟਕਾ ਐਨਡੀਏ ਨੂੰ ਲੱਗਣਾ ਚਾਹੀਦਾ ਸੀ, ਉਹ ਕਿਤੇ ਨਾ ਕਿਤੇ ਜਿਹੜੀ ਆਸ ਸੀ ਉਹ ਜ਼ਰੂਰ ਟੁੱਟੀ ਆ। ਪਰ ਪੰਜਾਬ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਵੀ ਪੰਜਾਬ 'ਚ ਬੀਜੇਪੀ ਨੂੰ ਕਿਤੇ ਪੈਰ ਲੱਗਣ ਦੀ ਥਾਂ ਹੈਗੀ ਆ? ਤੁਸੀਂ ਹੈ ਕੋਈ ਬੀਜੇਪੀ ਦੇ ਲੀਡਰ ਵਿਚਾਰੇ ਦਿੱਲੀ ਬੈਠੇ ਆ ਸਾਰੇ ਆ, ਮੈਂ ਉੱਥੋਂ ਹੀ ਆਇਆ, ਸਾਡੀਆਂ ਮੀਟਿੰਗਾਂ ਸੀ ਪਿਊਸ਼ ਗੋਇਲ ਤੇ ਅਮਿਤ ਸ਼ਾਹ ਜੀ ਨਾਲ। ਇਹ ਤਾਂ ਉੱਥੇ ਹੀ ਬੈਠੇ, ਉਹਨਾਂ ਦੀ ਗੋਦੀਆਂ 'ਚ ਇੱਥੇ ਪੰਜਾਬ ਆਉਂਦੇ ਨਹੀਂਗੇ, ਸ਼ੰਭੂ ਤੋਂ ਵੜਨ ਨਹੀਂ ਦਿੰਦਾ ਇਹਨਾਂ ਨੂੰ ਕੋਈ। ਸਰ ਮੀਟਿੰਗ ਦੇ ਕੀ ਨਤੀਜੇ ਨਿਕਲੇ ਜੀ, ਜਿਹੜੀ ਅਮਿਤ ਸ਼ਾਹ ਨਾਲ ਮੀਟਿੰਗ ਹੋਈ ਸੀ? ਦੇਖੋ ਇੱਕ ਗੱਲ ਨੂੰ ਸਮਝੋ, ਮੈਂ ਅੱਜ ਸਾਰੀ ਗੱਲ ਤੁਹਾਡੇ ਮੂਹਰੇ ਰੱਖਦਾ। ਇੱਕ ਜਿਹੜੇ ਮੈਂਬਰ ਪਾਰਲੀਮੈਂਟ ਹੈ, ਇੱਕ ਲੜਾਈ ਦਾ ਜਿਹੜਾ ਇੱਕ ਇਹ ਹੋ ਗਿਆ ਸੀ ਵੀ ਸੈਂਟਰ ਵਰਸਿਸ ਪੰਜਾਬ ਸਟੇਟ ਹੋ ਗਈ ਸੀ ਗੱਲ। ਤੇ ਮੇਰੀ ਤਾਂ ਹਮੇਸ਼ਾ ਇਹ ਮੈਂ ਕਹਿਣਾ ਰਿਹਾ ਹੈ ਵੀ ਸਾਡਾ ਹਿੰਦੁਸਤਾਨ ਤੇ ਸਭ ਤੋਂ ਵੱਧ ਹੱਕ ਸਾਡਾ ਹੈ। ਕੁਰਬਾਨੀਆਂ ਹੀ 2 ਸਟੇਟਾਂ ਨੇ ਦਿੱਤੀਆਂ ਹੈ, ਇੱਕ ਦਿੱਤੀ ਹੈ ਵੈਸਟ ਬੰਗਾਲ ਨੇ ਤੇ ਉਦੋਂ ਵੱਧ ਪੰਜਾਬ ਦੇ। ਨੁਕਸਾਨ ਵੰਡੇ ਵੀ ਅਸੀਂ ਗਏ ਹਾਂ,
ਸਾਡਾ ਪੰਜਾਬ ਉੱਧਰ ਰਹਿ ਗਿਆ। ਤੇ ਊਂ ਵੀ ਆਜ਼ਾਦੀ ਦੀ ਲੜਾਈ 'ਚ ਸਭ ਤੋਂ ਵੱਧ ਦੇਣ ਟੈਰਰਿਜ਼ਮ ਅਸੀਂ ਝੱਲਿਆ, ਸਭ ਕੁਝ ਅਸੀਂ। ਤੇ ਇਸ ਕਰਕੇ ਵੀ ਅਸੀਂ ਸਾਡਾ ਜਿਹੜਾ ਹੱਕ ਆ ਸੈਂਟਰ ਤੇ ਉਹ ਦੂਜੀਆਂ ਸਟੇਟਾਂ ਨਾਲੋਂ ਵੱਧ ਆ। ਤੇ ਇੱਥੇ ਕਈ ਐਸੇ ਮੋਰਚੇ ਲੱਗੇ ਹੋਏ ਸੀ ਕਿਸਾਨਾਂ ਤੋਂ ਇਲਾਵਾ, ਕਿਸਾਨਾਂ ਨੇ ਕਦੇ ਗੱਲ ਨਹੀਂ ਇਹ ਕੀਤੀ, ਪਰ ਕਈ ਮੋਰਚੇ ਐਸੇ ਲੱਗੇ ਸੀ, ਕਈ ਲੀਡਰ ਵੀ, ਮੈਂ ਤਾਂ ਓਪਨਲੀ ਇਹ ਉਹਨਾਂ ਦੀ ਨਿੰਦਿਆ ਕੀਤੀ ਸੀ ਵੀ ਉਹ ਖੁਦ ਮੁਖਤਿਆਰੀ ਦੀਆਂ ਗੱਲਾਂ ਕਰਦੇ ਸੀ, ਖੁਦ MSP ਦੇਣ ਦੀ ਗੱਲ ਕਰਦੇ ਸੀ, ਖੁਦ ਇਹੋ ਜਿਹੀਆਂ ਗੱਲਾਂ ਕਰਦੇ ਜਿਹੜੀਆਂ ਕਿ ਪੋਸੀਬਲ ਨਹੀਂ। ਸਾਡੇ ਕੋਲ ਤਾਂ ਪੰਜਾਬ ਦਾ ਇਹ ਹਾਲਾਤ ਨੇ ਵੀ ਸਾਡੇ ਕੋਲ ਤਾਂ ਤਨਖਾਹਾਂ ਦੇਣ ਨੂੰ ਹਾਲਾਤ ਨੇ ਜਿਹੜੇ ਉਹ ਔਖੇ ਹੋਏ ਪਏ ਆ। ਤੇ ਅਸੀਂ ਜਿਵੇਂ ਬੰਪਰ ਕ੍ਰੌਪ ਇਸ ਵਾਰ ਹੋਈ ਆ, ਮੱਕੜ ਸਾਹਿਬ, ਆਪਣੇ ਗੌਰਵ ਜੀ ਜਾਂ ਧੁੰਨਾ ਜੀ ਜਾਂ ਬਾਕੀ ਮੇਰੇ ਮੀਡੀਆ ਸਤਿਕਾਰੀ ਉਹ ਖੜੇ ਆ, 20-20 ਹਜ਼ਾਰ ਕਰੋੜ ਰੁਪਈਆ, 20 ਤੋਂ 30 ਹਜ਼ਾਰ ਕਰੋੜ ਰੁਪਈਆ ਇਸ ਵਾਰ ਸਾਡਾ ਜਿਹੜਾ ਪੈਡੀ ਦਾ ਉਹ ਸਾਨੂੰ FCI ਵੱਲੋਂ MSP ਦਾ ਪੈਦਾਵਾਰ ਜਿਹੜੀ ਵੱਧ ਹੋਈ ਆ ਤਾਂ ਉਹਨਾਂ ਨੂੰ ਦੇਣਾ ਪਿਆ ਏ। ਤੇ ਅਸੀਂ ਕਿੱਥੋਂ ਚੱਲ ਲਾਂਗੇ? ਸਾਡੇ ਕੋਲ ਤਾਂ ਜਿਹੜਾ ਇਹ ਹਰ ਸਾਲ ਉਹ ਜੇ ਅਸੀਂ ਬਜਟ ਦੇਖੀਏ ਤੇ ਸਾਡੇ ਕੋਲ ਤਾਂ 10,000 ਕਰੋੜ ਰੁਪਈਏ ਤੋਂ ਉੱਤੇ ਦਾ ਘਾਟਾ ਪੈਂਦਾ ਹੈ ਸਾਨੂੰ। ਤੇ ਟੋਟਲ ਬਜਟ ਹੀ ਸਾਡਾ ਟੋਟਲ 64-65 ਹਜ਼ਾਰ ਕਰੋੜ ਦਾ ਇਹ ਟੋਟਲ ਆਪਣਾ ਬਜਟ 64-65 ਹਜ਼ਾਰ ਕਰੋੜ ਦਾ। ਤੇ ਜਿਹੜੀ ਖਰੀਦ ਹੁੰਦੀ ਹੈ ਕੱਲੀ, ਇਸ ਵਾਰ ਪਿਛਲੀ ਵਾਰ ਜੇ 70,000 ਕਰੋੜ ਦੀ ਸੀ, ਇਸ ਵਾਰ ਉਹ ਟੱਪ ਕੇ 90,000 ਕਰੋੜ ਰੁਪਈਆ ਹੋ ਗਈ। ਜਿਹੜੀ ਕੱਲੀ ਦੋਨੋਂ ਫਸਲਾਂ ਖਰੀਦਦੇ ਆ ਆਪਾਂ, ਉਹ ਡਾਟਾ ਜੇ ਆਊਗਾ ਅਗਲਾ, ਉਹ ਇਸ ਵਾਰ 70,000 ਕਰੋੜ ਤੋਂ ਟੱਪ ਕੇ 90,000 ਕਰੋੜ ਨੂੰ ਟੱਚ ਕਰੂਗਾ। ਤੇ ਇਹ ਜਿਹੜੇ ਮੈਂ ਤਾਂ ਸਮਝਦਾ ਕੈਸੀ ਉਹਨਾਂ ਦੀ ਬੁੱਧੀ ਆ, ਕੈਸੀ ਉਹਨਾਂ ਦੀ ਸੋਚ ਆ, ਜਿਹੜੇ ਉਹ ਕਹਿੰਦੇ ਆ ਵੀ ਪੰਜਾਬ MSP ਦੇਵੇ, ਉਹ ਵੀ 23 ਫਸਲਾਂ ਨੂੰ ਦੇਵੇ, ਸਾਡਾ GST ਉਹ ਜਾਂਦਾ। ਨਾਲੇ ਸਾਡਾ ਹਿੰਦੁਸਤਾਨ ਸਾਡਾ ਦੇਸ਼ ਆ ਬਈ, ਅਸੀਂ ਅਲੱਗ ਥੋੜ੍ਹੀ ਆ ਕੋਈ, ਅਸੀਂ ਤਾਂ ਉਹ ਤੋਂ ਹਿੱਸਾ ਲੈਣਾ। ਤੇ ਜਿਹੜੀ ਤੁਸੀਂ ਗੱਲ ਕੀਤੀ ਜਦੋਂ ਪੀਯੂਸ਼ ਗੋਇਲ ਨੇ ਸਾਨੂੰ ਬੁਲਾਇਆ ਤੇ ਉਹਨਾਂ ਨੇ ਕੁਝ ਐਸੀਆਂ ਗੱਲਾਂ ਕੀਤੀਆਂ ਜਿਹੜੀਆਂ ਨਾ ਸੁਣਨਯੋਗ ਸੀ। ਤੇ ਕੋਈ ਸਿਆਣਾ ਪੋਲੀਟੀਕਲ ਬੰਦਾ ਨਹੀਂ ਕਰਦਾ, ਕਿਉਂਕਿ ਸਭ ਤੋਂ ਪਹਿਲਾਂ ਆ ਚੁੱਗ ਐਂਡ ਕੰਪਨੀ ਤੇ ਆ ਨਕਲੀ ਜਿਹੜਾ ਸਰਦਾਰ ਬਣਿਆ ਹੈ, ਕੀ ਨਾਮ ਆ ਪੁਰੀ, ਸਰ ਇਹਦਾ ਕੋਈ ਬਾਲ ਬੜਾ ਮਚਿਆ ਜੀ, BJP ਬੜਾ ਵਿਰੋਧ ਕਰ ਰਹੀ ਹੈ। ਤੁਸੀਂ ਸੁਣੋ, BJP ਦੇ ਪੱਲੇ ਕੀ ਆ ਯਾਰ, ਛੱਡੋ BJP ਵਾਲਾ। ਆ ਬੈਠਾ ਮੈਂ ਆ ਜਾਣ BJP ਮੇਰੇ ਨਾਲ ਗੱਲ ਕਰੇ, ਐਵੇਂ ਹੀ ਉੱਥੇ ਸੜਕਾਂ ਤੇ 20 ਮੈਂ ਗਿਣਤੀ 'ਚ ਗਿਣੀ ਸੀ ਵੀ ਕਿੰਨੇ ਬੰਦੇ ਸੀ, 15ਵਾਂ ਬੰਦਾ ਨਹੀਂ ਸੀ, 14 ਵੀ ਪੂਰੇ ਨਹੀਂ ਸੀਗੇ। ਤੇ ਗੱਲ ਮੇਰੇ ਨਾਲ ਆ ਕੇ ਆਮਣੇ ਸਾਹਮਣੇ ਕਰ ਲੈਣ, ਮੈਂ ਡਰਦਾ ਇਹਨਾਂ ਤੋਂ, BJP ਵਾਲਿਆਂ ਤੋਂ ਜਾਂ ਹੋਰਾਂ ਤੋਂ। ਉੱਥੇ ਪੁਤਲੇ ਸਾੜੀਆਂ ਮੇਰੇ ਨਾਲ ਗੱਲ ਕਰਨ ਆ ਕੇ, ਮੈਂ ਸਿੱਧੇ ਇੱਥੇ ਬੈਠਾ, ਹੁਣ ਮੈਂ ਤੁਹਾਡੇ ਮੂਹਰੇ ਕਹਿਣਾ ਆ ਜਾ ਮੇਰੇ ਨਾਲ। ਗੱਲ ਇਹ ਨਹੀਂ ਵੀ ਚੁੱਗ ਤੇ ਇਹ ਪਹਿਲਾਂ ਪਹੁੰਚੇ ਹੋਏ, ਉਹ ਪੀਯੂਸ਼ ਗੋਇਲ ਨੂੰ ਪੁੱਠੀ ਪੱਟੀ ਪੜ੍ਹਾਈ ਤੇ ਉਹ ਕਹਿੰਦਾ ਜੀ ਇਹ ਤਾਂ ਕਾਂਗਰਸ ਦਾ ਧਰਨਾ, ਇਹ ਤਾਂ ਤੁਹਾਡੀ ਸਰਕਾਰ ਨੇ ਬਿਠਾਏ ਹੋਏ ਨੇ। ਅਸੀਂ ਕਿਹਾ ਜੀ ਤੁਸੀਂ ਪਹਿਲਾਂ ਕਿਸਾਨਾਂ ਨੂੰ ਦਲਾਲ ਕਹਿਤਾ, ਤੁਸੀਂ ਪਹਿਲਾਂ ਕਿਸਾਨਾਂ ਨੂੰ ਏਜੰਟ ਕਹਿਤਾ, ਆੜਤੀਆਂ ਦੇ ਬਿਠਾਏ ਹੋਏ ਕਦੇ ਕਹਿੰਦੇ ਹੋ, ਪਰ ਤੁਸੀਂ ਮੰਨਦੇ ਨਹੀਂ ਗੱਲ। ਇਹ ਕਿਸਾਨ ਬੈਠੇ ਆ, ਸਾਨੂੰ ਤਾਂ ਕਿਸੇ ਪਾਰਟੀ ਵਾਲੇ ਨੂੰ ਇਜਾਜ਼ਤ ਹੀ ਨਹੀਂ ਜਾਣ ਦੀ। ਤੇ ਜਦੋਂ ਬਹੁਤ ਜ਼ਿਆਦਾ, ਕਿਉਂਕਿ ਅਸੀਂ ਤਾਂ ਹੱਥ ਜੋੜ ਕੇ ਗਏ ਸੀ, ਮੰਗਣ ਗਏ ਸੀ ਆਪਣੇ ਪੰਜਾਬ ਲਈ ਟ੍ਰੇਨਾਂ, ਇੰਡਸਟਰੀ ਸਾਡੀ ਖਤਮ ਹੋ ਗਈ। ਅੱਜ 20,000 ਕਰੋੜ ਰੁਪਏ ਤੋਂ ਉੱਤੇ ਦਾ ਘਾਟਾ, ਇਹ ਲੁਧਿਆਣਾ ਜਲੰਧਰ ਮਿਲਾ ਕੇ ਦੋਨਾਂ ਨੂੰ, ਆ ਜਿਹੜਾ ਡਰਾਈ ਪੋਰਟ ਆ ਦੇਖੋ ਇੱਥੇ ਕੀ ਹਾਲ ਹੋਇਆ ਹੋਇਆ ਸਾਡੀ ਇੰਡਸਟਰੀ। ਅਸੀਂ ਤਾਂ ਹੱਥ ਜੋੜਨ ਗਏ ਸੀ ਵੀ ਭਾਈ ਕਿਸਾਨ ਕਹਿੰਦੇ ਕੁਛ ਨਹੀਂ, ਉਹ ਕਹਿ ਰਹੇ ਯੂਰੀਆ ਦੀ ਖਾਦ ਦੀ ਲੋੜ ਆ, ਕੋਲੇ ਦੀ ਲੋੜ ਆ, ਇੰਡਸਟਰੀ ਸਾਡੀ ਤਬਾਹ ਕਰਤੀ। ਅਸੀਂ ਤਾਂ ਹੱਥ ਜੋੜਨ ਗਏ ਸੀ, ਪਰ ਜਦੋਂ ਉਹਦੇ ਤੇਵਰ ਦੇਖੇ, ਉਹ ਕਹਿੰਦਾ ਤੁਸੀਂ ਤਾਂ ਲੋਟ ਹੀ ਹੋਣ ਆਏ ਹੋ। ਹੁਣ ਤੁਹਾਡੀ ਇੰਡਸਟਰੀ ਜਦ ਤੁਹਾਡੇ ਮਗਰ ਪਈ ਆ, ਹੁਣ ਤੁਹਾਡੇ ਕਿਸਾਨ ਮਗਰ ਪਏ ਆ, ਹੁਣ ਤੁਹਾਡੀਆਂ ਚੀਕਾਂ ਨਿਕਲ ਗਈਆਂ, ਇਹ ਨਹੀਂ ਟ੍ਰੇਨ ਚੱਲਣੀ। ਮੈਂ ਇਹ ਕੋਈ ਵਡਿਆਈ ਨਹੀਂ ਕਰਦਾ, ਮੈਂ ਉਦੋਂ ਹੀ ਬਾਹਰ ਆ ਕੇ ਕਿਹਾ ਸੀ, ਮੈਂ ਕਿਹਾ ਗੱਲ ਸੁਣ ਲੈ ਭਾਈ, ਇਹ ਟ੍ਰੇਨਾਂ ਤੇਰੀਆਂ ਨਹੀਂ ਗੀਆਂ, ਇਹ ਟ੍ਰੇਨਾਂ ਦੇਸ਼ ਦੀਆਂ ਏ। ਤੇ ਤੂੰ ਹੁਣ ਜੇ ਚਾਹੁੰਦਾ ਵੀ ਇਹ ਟ੍ਰੇਨਾਂ ਨੂੰ ਆਪਣੇ ਘਰੇ ਲਾ ਲਈ, ਆਪਣੇ ਕੋਲਡ ਸਟੋਰ ਚਲਾ ਲਈ। ਪਰ ਮੈਂ ਤੁਹਾਨੂੰ ਉਦਣੀ ਇਹ ਗੱਲ ਕਹੀ ਸੀ, ਅਗਲੇ ਦਿਨ ਅਮਿਤ ਸ਼ਾਹ ਜੀ ਦਾ ਸੱਦਾ ਆਇਆ, ਉਹਨਾਂ ਨੇ ਤਕਰੀਬਨ 12:30 ਸਾਨੂੰ ਟਾਈਮ ਦਿੱਤਾ, ਚਾਹੇ ਉਹ ਅਲੱਗ ਪਾਰਟੀ ਦੇ ਆ, ਦੇਸ਼ ਦੇ, ਪਰ ਹੋਮ ਮਿਨਿਸਟਰ ਨੇ, ਪਰ ਉਹਨਾਂ ਨੇ ਵਾਕਈ ਜੇ ਗੱਲ ਕੀਤੀ ਤਾਂ ਲੀਡਰਾਂ ਵਾਲੀ ਗੱਲ ਕੀਤੀ। ਜਦੋਂ ਗੱਲ ਸ਼ੁਰੂ ਹੋਈ, ਬਾਕੀ MPਆਂ ਨੇ ਵੀ ਗੱਲ ਆਪਣੀ ਕੀਤੀ। ਮੈਨੂੰ ਉਹਨਾਂ ਨੇ ਕਿਹਾ ਵੀ ਬਿੱਟੂ ਤੂੰ ਕੀ ਗੱਲ ਮੀਡੀਆ ਮੂਹਰੇ ਹੀ ਬੋਲਦਾ, ਕਿਉਂਕਿ ਪੀਯੂਸ਼ ਗੋਇਲ ਨਾਲ ਬੈਠਾ ਸੀ, ਉਹਨੇ ਅਮਿਤ ਸ਼ਾਹ ਜੀ ਨੂੰ ਗੱਲ ਆਪਣੀ ਕੀਤੀ ਹੋਣੀ ਆ ਵੀ ਇਹ ਕੱਲ ਇਸ ਗੱਲ ਲਈ। ਮੈਂ ਕਿਹਾ ਜੀ ਮੈਂ ਮੀਡੀਆ ਮੂਹਰੇ, ਕਹਿੰਦੇ ਤੂੰ ਉਰੇ ਕੋਈ ਆਪਣੀ ਗੱਲ ਰੱਖ, ਕਿ ਮੀਡੀਆ ਮੂਹਰੇ ਹੀ ਬੋਲਦਾ। ਮੈਂ ਕਿਹਾ ਜੀ ਮੀਡੀਆ ਮੂਹਰੇ ਤਾਂ ਬੋਲੇ ਜਦੋਂ ਇੱਕ ਮੰਤਰੀ ਨੇ, ਉਹ ਵੀ ਇੱਕ ਕੈਬਨਿਟ ਮੰਤਰੀ ਰੇਲਵੇ ਦੇ ਨੇ, ਸੱਦ ਕੇ ਸਾਨੂੰ ਇੱਕ 35 ਲੱਖ ਬੰਦੇ ਨੂੰ ਨੁਮਾਇੰਦਾ, ਇੱਕ ਮੈਂਬਰ ਪਾਰਲੀਮੈਂਟ ਆ, ਤੇ ਅਸੀਂ 8 ਮੈਂਬਰ ਪਾਰਲੀਮੈਂਟ ਆਏ ਸੀ, ਕਰੋੜਾਂ ਲੋਕਾਂ ਦੀ ਆਵਾਜ਼ ਲੈ ਕੇ ਆਏ ਸੀ। ਪਰ ਤੁਸੀਂ ਉਸ ਆਵਾਜ਼ ਨੂੰ
ਕੁਚਲਣ ਦੀ ਕੀਤੀ, ਤੁਸੀਂ ਉਸ ਆਵਾਜ਼ ਨੂੰ ਦਲਾਲ ਦੱਸਿਆ ਤੇ ਇਹ ਕਿਹਾ ਵੀ ਇਹ ਸਾਰੇ ਕਾਂਗਰਸ ਦੇ ਬਿਠਾਏ ਹੋਏ ਆ। ਤੇ ਅਸੀਂ ਜਦੋਂ ਇਹ ਗੱਲ ਕੀਤੀ ਵੀ ਕਾਂਗਰਸ ਦੇ ਨਹੀਂ ਬਿਠਾਏ ਹੋਏ, ਉਹ ਕਹਿੰਦਾ ਤੁਸੀਂ ਮੈਨੂੰ ਸਮਝਾਓਗੇ। ਤੇ ਫਿਰ ਅਸੀਂ ਉੱਥੇ, ਮੈਂ ਕਿਹਾ ਬਹਿਣ ਦਾ ਕੋਈ ਮਕਸਦ ਸੀ ਅਮਿਤ ਸ਼ਾਹ ਜੀ? ਪਰ ਅਮਿਤ ਸ਼ਾਹ ਜੀ ਨੇ ਇਹ ਗੱਲ ਕਹੀ ਵੀ ਮੈਂ ਇੱਕ ਗੱਲ ਦੇਖੋ, ਆ ਬੈਠਾ ਹੈ ਬਿੱਟੂ, ਮੈਂ ਜਦੋਂ ਅਕਾਲੀ ਦਲ ਹਰਸਿਮਰਤ ਕੌਰ ਤੇ ਸੁਖਬੀਰ ਸਿੰਘ ਬਾਦਲ ਜ਼ੋਰ ਪਾ ਰਹੇ ਸੀ ਵੀ ਰਾਜੋਆਣੇ ਨੂੰ ਛੱਡੋ, ਉਹਦੀ ਫਾਂਸੀ ਮਾਫ ਕਰੋ, ਤੇ ਮੈਂ ਅਮਿਤ ਸ਼ਾਹ ਜੀ ਨੂੰ ਮਿਲਿਆ ਸੀ, ਜਾ ਕੇ ਇਹ ਗੱਲ ਕੀਤੀ ਸੀ ਵੀ ਤੁਸੀਂ ਔਨ ਫਲੋਰ ਆਫ ਹਾਊਸ ਇਹ ਗੱਲ ਕਹੋ ਵੀ ਤੁਸੀਂ ਇਹਨੂੰ ਮਾਫ ਕਰ ਰਹੇ ਹੋ ਜਾਂ ਨਹੀਂ। ਉਹਨਾਂ ਨੇ ਮੇਰੀ ਗੱਲ ਮੰਨੀ ਤੇ ਹਾਊਸ 'ਚ ਆਏ ਤੇ ਮੇਰਾ ਜਵਾਬ ਦਿੱਤਾ ਵੀ ਬਿਲਕੁਲ ਮਾਫੀ ਨਹੀਂ ਹੋ। ਇਹ ਫੇਰ ਲੜੇ ਜਾ ਕੇ ਵੀ ਇੱਕ ਕਾਂਗਰਸ ਦਾ ਮੁੱਖ ਮੰਤਰੀ, ਇਹ ਕਾਂਗਰਸ ਦਾ ਮੁੱਖ ਮੰਤਰੀ ਨੂੰ ਤੁਸੀਂ ਉਹਦੇ ਕਾਤਲਾਂ ਨੂੰ ਜਿਹੜੀ ਫਾਂਸੀ, ਜਿਹੜੀ ਮਾਫੀ ਨਹੀਂ ਦੇ ਰਹੇ। ਤੇ ਉਹਨਾਂ ਨੇ ਕਿਹਾ ਵੀ ਭਾਈ ਇੱਕ ਕੋਈ ਵੀ ਨਾਗਰਿਕ ਹੋਵੇ ਐਜ਼ ਏ ਹੋਮ ਮਿਨਿਸਟਰ, ਜੇ ਉਹਨੂੰ ਕੋਈ ਮਾਰਦਾ, ਉਹਦੇ ਚੀਥੜੇ ਉਡਾਉਂਦਾ, ਤੇ ਉੱਤੋਂ ਉਹ ਇਹ ਕਹਿੰਦਾ ਵੀ ਮੈਂ ਦੁਬਾਰਾ ਵੀ ਇਹ ਕੰਮ ਕਰੂੰ ਜਦੋਂ ਮੌਕਾ ਮਿਲੇ, ਮੈਂ ਕੋਈ ਮਾਫੀ ਨਹੀਂ ਮੰਗਦਾ, ਤਾਂ ਆਮ ਬੰਦੇ ਦਾ ਵੀ ਜਿਹੜਾ ਕੋਈ ਕਾਤਲ ਹੋਊਗਾ ਮੈਂ ਉਹਨੂੰ ਛੱਡੂੰ ਨਹੀਂ, ਇਹ ਤਾਂ ਮੁੱਖ ਮੰਤਰੀ ਹੈ। ਤੇ ਉਹਨਾਂ ਨੇ ਮੈਨੂੰ ਕਿਹਾ ਵੀ ਦੱਸੋ ਕੀ ਗੱਲ? ਮੈਂ ਕਿਹਾ ਜੀ ਇਹ ਗੱਲ ਪਾਰਟੀਆਂ ਤੋਂ ਛੱਡ ਕੇ ਬਿਟਵੀਨ ਦੋਨੋਂ ਸਰਕਾਰਾਂ ਦੀ, ਸਾਡੇ ਮੰਤਰੀ ਲਓ, ਉਹ ਸਰਕਾਰ ਨੇ, ਕਿਸੇ ਕਾਂਗਰਸ ਦੇ ਨਹੀਂ, ਅਕਾਲੀ ਦਲ, ਬੀਜੇਪੀ ਨਹੀਂ, ਸਾਡੇ ਮੰਤਰੀ ਤੇ ਤੁਹਾਡੇ ਮੰਤਰੀ ਬੈਠਣ ਪਹਿਲੇ ਲੈਵਲ ਤੇ, ਉਹ ਗੱਲ ਕਰਨ। ਅਗਲੀ ਗੱਲ ਤੁਸੀਂ ਬੈਠੋ ਤੇ ਮੁੱਖ ਮੰਤਰੀ ਸਾਹਿਬ ਬੈਠੋ, ਕਿਹਦੇ ਨਾਲ? 31 ਕਿਸਾਨ ਯੂਨੀਅਨ ਨਾਲ। ਕੋਈ ਪਾਰਟੀ ਦੀ ਗੱਲ ਨਾ ਕਰੋ, ਕੋਈ ਕੁਛ ਨਾ ਕਰੋ। ਤੁਹਾਡੇ ਮੈਂ ਕਿਹਾ ਜਿਆਨੀ ਸਾਹਿਬ ਆਪ ਚੇਅਰਮੈਨ ਲਾਏ, ਅੱਜ ਉਹ ਹਰ ਮੀਡੀਆ ਤੇ ਬੋਲ ਰਿਹਾ ਵੀ ਮੈਨੂੰ ਬੁਲਾਇਆ ਨਹੀਂ ਕਿਸੇ ਨੇ। ਅਗਲੇ ਦਿਨ ਹੀ ਗੱਲ ਜਿਆਨੀ ਸਾਹਿਬ ਨੂੰ ਸੱਦ ਲਿਆ ਉਹਨਾਂ ਨੇ, ਅਮਿਤ ਸ਼ਾਹ ਜੀ ਨੇ ਭਰੋਸਾ ਦਿਵਾਇਆ ਵੀ ਭਾਈ ਤੁਹਾਡੇ ਸੀਐਮ ਸਾਹਿਬ ਨੂੰ ਕਹੋ, ਜਿਹੜੇ ਵੀ ਮੰਤਰੀ ਆਪ ਜਿਹੜੇ ਗੱਲਬਾਤ, ਅਸੀਂ ਕਿਹਾ ਜੀ ਸਾਡੇ ਤਾਂ ਕਿਸਾਨ ਗੱਲ ਕਰ ਰਹੇ ਆ, ਉਹ ਕਿਸਾਨਾਂ ਨਾਲ ਮੰਤਰੀ, ਉਹ ਕਹਿੰਦੇ ਉਹ ਮੰਤਰੀ। ਤੇ ਪਹਿਲੇ ਰਾਊਂਡ 'ਚ ਪਿਊਸ਼ ਗੋਇਲ, ਜਿਹੜੀ ਸਾਡੇ ਨਾਲ ਉੱਥੇ ਗੱਲ ਹੋਈ, ਤੇ ਕ੍ਰਿਸ਼ੀ ਮੰਤਰੀ ਤੁਹਾਡੇ ਮੰਤਰੀਆਂ ਦੇ ਨਾਲ ਰਿਕੁਐਸਟ ਕਰਕੇ ਜਿੱਥੇ ਚਾਹਣਗੇ, ਜੇ ਚੰਡੀਗੜ੍ਹ ਚਾਹਣਗੇ ਚੰਡੀਗੜ੍ਹ ਬਹਿ ਜਾਾਂਗੇ, ਦਿੱਲੀ ਆਉਣਾ ਚਾਹਣਗੇ ਕਿਸਾਨ ਜਥੇਬੰਦੀਆਂ, ਦਿੱਲੀ ਉਹਨਾਂ ਦੇ ਮੂਹਰੇ ਉਹਨਾਂ ਨੂੰ ਨਤਮਸਤਕ ਕਰਦੇ ਹਾਂ। ਅਸੀਂ ਪੰਜਾਬ ਦੀ ਹਰ ਜਿਹੜੀ ਉਹਨਾਂ ਨੇ ਸਾਡੇ ਦੇਸ਼ ਲਈ ਜੋ ਦੇਣ ਦਿੱਤੀ ਆ, ਤੇ ਉਹਦੇ ਲਈ ਅਸੀਂ ਨਤਮਸਤਕ ਹਾਂ। ਠੀਕ ਆ, ਕਮੀਆਂ ਰਹੀਆਂ, ਕਈ ਗੱਲਾਂ ਸਾਡੇ ਕੋਲ, ਜਿਵੇਂ ਮੈਂ ਤਾਂ ਕੀ ਕਹਾਂ, ਜਿਆਨੀ ਸਾਹਿਬ ਨੇ ਕਹਿਤਾ ਵੀ ਜਿਹੜੇ ਬੀਜੇਪੀ ਦੇ ਚਮਚੇ ਲੀਡਰ ਨੇ, ਉਹ ਜਾ ਕੇ ਉਹਨਾਂ ਨੂੰ ਪੁੱਠੀਆਂ ਪੜ੍ਹਾਈ ਪੜ੍ਹਾਉਂਦੇ ਰਹੇ। ਜਦੋਂ ਉਹ ਚਮਚੇ ਬਾਹਰ ਕੱਢਤੇ, ਚੁੱਗ ਸਾਹਿਬ ਤੇ ਪੁਰੀ ਸਾਹਿਬ ਤੇ ਅਸ਼ਵਨੀ ਜਿਹੜੇ ਚਮਚੇ ਸੀ, ਉਹ ਪਰੇ ਕੱਢਤੇ। ਜਿਹੜੇ ਜੈਨੂਅਨ ਗ੍ਰਾਸ ਰੂਟ ਜੁੜੇ ਹੋਏ ਸੀ ਲੋਕ, ਜਿਹੜੇ ਲੋਕਾਂ ਦੇ ਨੁਮਾਇੰਦੇ ਸੀ, ਉਹਨਾਂ ਦੀ ਜਦੋਂ ਗੱਲ ਸੁਣੀ, ਉਹ ਗੱਲ ਤੁਰ ਪਈ। ਪਰ ਹਜੇ ਵੀ ਉਹ ਇਸ ਗੱਲ ਤੇ, ਜਿਹੜਾ ਪਿਊਸ਼ ਗੋਇਲ ਆ, ਉਹ ਇਸ ਗੱਲ ਤੇ ਵਾਜਦ ਸੀ ਵੀ ਨਹੀਂ ਜੀ, ਵੀ ਜੇ ਇਹ ਕਹਿੰਦੇ ਆ ਕਿਸਾਨ ਟ੍ਰੇਨਾਂ ਚਲਾਓ, ਪਹਿਲਾਂ ਆਪਣੀਆਂ ਮਾਲ ਗੱਡੀਆਂ ਚਲਾਓ, ਤੇ ਨਾਲ ਦੀ ਨਾਲ ਪੈਸੇਂਜਰ ਟ੍ਰੇਨ ਚਲਾਓ। ਤੇ ਉੱਥੇ ਇਹ ਗੱਲ ਹੋਈ, ਪਿਊਸ਼ ਗੋਇਲ ਨੂੰ ਕਿਹਾ ਰਾਤ ਦਾ ਉਹਨਾਂ ਨੇ, ਅਮਿਤ ਸ਼ਾਹ ਜੀ ਨੇ, ਵੀ ਜੇ ਕਿਸਾਨ ਚਾਹੁੰਦੇ ਆ ਵੀ ਪਹਿਲਾਂ ਉਹ ਚਲਾਓ, ਤੇ ਪਹਿਲਾਂ ਉਹ ਚਲਾਓ, ਪੈਸੇਂਜਰ ਬਾਅਦ ਚਲਾ ਦਿਓ। ਇਹ 'ਚ ਕੀ ਗੱਲ ਆ? ਪੈਸੇਂਜਰ ਵੀ, ਕਿਉਂਕਿ ਤਿਉਹਾਰ ਨੇ ਯਾਰ, ਲੋਕਾਂ ਨੇ ਸਾਰਿਆਂ ਨੇ, ਕਿਸੇ ਨੇ ਬਿਹਾਰ ਜਾਣਾ, ਯੂਪੀ ਜਾਣਾ, ਮਹਾਰਾਸ਼ਟਰ ਜਾਣਾ, ਉਹਨਾਂ ਨੂੰ ਵੀ ਅਸੀਂ ਦੇਖਣਾ, ਦੀਵਾਲੀ ਦੇ ਦਿਨ ਨੇ, ਹੋਰ ਤਿਉਹਾਰਾਂ ਦੇ ਦਿਨ, ਉਹਨਾਂ ਨੂੰ ਅਸੀਂ ਕਿਵੇਂ ਉਰੇ ਰੋਕ ਕੇ ਰੱਖ ਸਕਦੇ ਹਾਂ? ਪਰ ਚਲੋ ਇਹ ਸਾਰੀਆਂ ਗੱਲਾਂ ਹੋਈਆਂ। ਹੁਣ 13 ਤਰੀਕ ਦੀ ਤੁਹਾਡੇ ਮੂਹਰੇ ਗੱਲ ਆਈ ਹੈ, ਪਰ ਇਹ ਅਮਿਤ ਸ਼ਾਹ ਉਹਨਾਂ ਦੀ ਇਹ ਪਹਿਲ ਕਦਮੀ ਆ। ਉਹਨਾਂ ਨੇ ਵੱਡਾ ਦਿਲ ਦਿਖਾਇਆ ਵੀ ਅਸੀਂ ਇਹ ਗੱਲ ਕਰਨ ਨੂੰ ਤਿਆਰ ਹਾਂ। ਇਹ ਵੀ ਗੱਲ ਕਹੀ ਉੱਥੇ ਔਜਲਾ ਸਾਹਿਬ ਨੇ, ਇਹ ਕਿਹਾ ਵੀ ਤੁਹਾਡੇ ਮੰਤਰੀ, ਤੁਹਾਡੇ ਪ੍ਰਧਾਨ ਵੱਲੋਂ ਐਸੇ ਬਿਆਨ ਆਉਂਦੇ ਰਹੇ ਨੇ, ਜਦੋਂ ਨੱਡਾ ਸਾਹਿਬ ਵੱਲੋਂ, ਤੁਸੀਂ ਹੋਰ ਨੂਣ ਛਿੜਕਦੇ ਰਹੇ ਹੋ। ਤੇ ਮੈਂ ਦੂਜੀ ਗੱਲ ਇਹ ਕਹੀ ਵੀ ਅਸੀਂ ਸਰਕਾਰ ਆ ਉੱਥੇ, ਅਸੀਂ ਕਦੇ ਚਾਹਾਂਗੇ ਵੀ ਪੰਜਾਬ ਦੇ ਵਿੱਚ ਅੱਗ ਲੱਗੇ, ਪੰਜਾਬੀਆਂ ਨੂੰ ਕੋਈ ਨੁਕਸਾਨ ਹੋਵੇ? ਤੇ ਤੁਸੀਂ ਇਹ ਕਿਵੇਂ ਸੋਚ ਲਿਆ? ਤੇ ਉਹਨਾਂ ਦੀ ਵੀ ਹੋਮ ਮਿਨਿਸਟਰ ਆ, ਉਹਦੇ ਕੋਲ IB ਦੀਆਂ ਏਜੰਸੀਜ਼ ਦੀਆਂ ਰਿਪੋਰਟਾਂ ਜਦੋਂ ਗਈਆਂ ਵੀ ਵਾਕਈ ਜੈਨੂਅਨ ਕਿਸਾਨ ਬੈਠਾ ਹੈ ਉੱਥੇ, ਕਿਸੇ ਪਾਰਟੀ ਦੀ ਕੋਈ ਲੈਣਾ ਦੇਣ ਨਹੀਂ। ਤੇ ਜਦੋਂ ਇਹ ਗੱਲ ਉੱਥੇ ਹੋਈ, ਮੈਂ ਸਾਫ਼ ਤੌਰ ਤੇ ਕਹਿਣਾ ਵੀ ਜਦੋਂ ਉਹਨਾਂ ਨੂੰ ਇਹ ਗੱਲ 1 ਮਿੰਟ 'ਚ ਉਹਨਾਂ ਨੇ ਕਿਹਾ ਵੀ ਬਿਲਕੁਲ ਰਵਨੀਤ, ਇਸ ਗੱਲ ਨੂੰ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਮੰਤਰੀ, ਸਾਡੇ ਮੰਤਰੀ, ਦੋਨੋਂ ਹੀ ਕਿਸਾਨ ਯੂਨੀਅਨ ਨਾਲ ਉਹਨਾਂ ਦੀ ਰਿਕੁਐਸਟ ਕਰਕੇ ਜਿੱਥੇ ਚਾਹਣਗੇ ਬੈਠਣਗੇ, ਉਦੋਂ ਹੀ ਡੈਡਲੌਕ ਖਤਮ ਹੋ ਗਿਆ, ਗੱਲ ਖਤਮ ਹੋ ਗਈ। ਤੇ ਹੁਣ ਕਿਸਾਨ ਯੂਨੀਅਨ ਆ ਜਿਹੜੇ, ਉਹ ਗੱਲ ਆ ਲਖਵਾਲ ਸਾਹਿਬ ਦਾ, ਦੂਜੇ ਰਾਜੋਆਣਾ ਸਾਹਿਬ ਨਾਲ ਵੀ ਗੱਲ ਆ ਜਿਹੜੀ ਉਹਨਾਂ ਦੀ ਹੋ ਗਈ। ਤੇ ਬਾਕੀ ਜਥੇਬੰਦੀਆਂ ਨੇ ਕਿਹਾ ਅਸੀਂ ਕਿਸੇ ਦੀ, ਜਦੋਂ ਉੱਤੋਂ ਇਸ਼ਾਰਾ ਹੋ ਗਿਆ, ਹੁਣ ਕ੍ਰਿਸ਼ੀ ਮੰਤਰੀ ਵੀ ਪਿਊਸ਼ ਗੋਇਲ ਹੁਣ ਸਾਰੇ ਹੀ ਕਰਨਗੇ, ਜਦੋਂ ਅਮਿਤ ਸ਼ਾਹ ਉਹਨਾਂ ਦਾ ਇਸ਼ਾਰਾ ਹੋ ਗਿਆ। ਤੇ ਇਸ ਕਰਕੇ ਬਹੁਤ ਵਧੀਆ ਮੌਕਾ ਹੈ। ਤੇ ਇਹ ਵੀ ਉਹਨਾਂ ਨੇ ਕਿਹਾ, ਮੈਨੂੰ ਕੱਲ ਦਾ ਨਹੀਂ ਪਤਾ ਵੀ ਇਹ ਹੁਣ ਕੀ ਕਰਦੇ ਆ ਸਾਡੇ, ਕਿਉਂਕਿ ਇਹ ਬੀਜੇਪੀ ਵਾਲੇ ਹਟਣਗੇ ਨਹੀਂ ਨਾ, ਉਰੇ ਵਾਲੇ ਇਹ ਕਹਿਣਗੇ ਨਹੀਂ ਜੀ ਸਾਨੂੰ ਬਿਠਾਓ ਵਿੱਚ। ਇਹ ਹੁਣ ਜੇ ਕੋਈ ਉੱਥੇ ਮਾੜੀ ਮੋਟੀ ਫੇਰ ਇਹੋ ਜੀ
ਹਲਕੀ ਗੱਲ ਆ ਜਿਵੇਂ ਕਰਦੇ ਆ ਕਰਨਗੇ ਜੇ ਸਿਆਸਤ ਪੰਜਾਬ 'ਚ, ਜੇ ਤਾਂ ਇਹ ਸਿਰਫ 22 ਦੀ ਇਲੈਕਸ਼ਨ ਦੇਖ ਕੇ ਬੀਜੇਪੀ ਵਾਲੇ ਗੱਲ ਕਰਨਗੇ ਹਲਕੀ ਗੱਲ, ਫਿਰ ਦੁਬਾਰਾ ਨੁਕਸਾਨ ਹੋ ਸਕਦਾ। ਜੇ ਕੋਈ ਚੰਗੇ ਲੀਡਰ, ਜਿਵੇਂ ਮੈਂ ਕਿਹਾ ਵੀ ਪੁਰਾਣੇ ਲੀਡਰ ਪ੍ਰਧਾਨ ਨੂੰ ਬਿਠਾ ਲੈਣ, ਜਨ ਇਹਨਾਂ ਨੂੰ ਵੀ ਬਿਠਾ ਲੈਣ ਜਿਹੜਿਆਂ ਨੂੰ ਚਮਚੇ ਕਿਹਾ ਏ, ਪਰ ਉਹਦੇ ਵਿੱਚ ਸੋਲਿਡ ਜਿਹੜੇ ਬੀਜੇਪੀ ਦੇ ਪੁਰਾਣੇ ਨੇ, ਸੰਪਲਾ ਸਾਹਿਬ ਨੂੰ, ਸੋਮ ਪ੍ਰਕਾਸ਼ ਜੀ ਬੈਠਣਗੇ, ਅਵਿਨਾਸ਼ ਰਾਏ ਖੰਨਾ ਜੀ ਵਰਗਿਆਂ ਨੂੰ ਬਿਠਾਉਣ, ਹੋਰ ਪੁਰਾਣੇ ਬੜੇ ਲੀਡਰ ਨੇ ਜਾਨੀ ਸਾਹਿਬ ਵਰਗੇ ਬਿਠਾਉਣ, ਗੱਲ ਮੁੱਕ ਜੂਗੀ। ਨਾਲੇ ਅਸੀਂ ਤਾਂ ਇਸ ਗੱਲ ਦੇ ਹੈ ਹੀ ਨਹੀਂ ਕਿ ਕੋਈ ਕ੍ਰੈਡਿਟ ਥੋੜੀ ਲੈਣਾ ਬਈ ਉਰੇ ਦਾ ਮਰਨ ਜਿਉਣ ਦਾ ਇੱਥੇ ਕਾਂਗਰਸ ਅਕਾਲੀ ਦਲ ਦੀ ਤਾਂ ਕੋਈ ਗੱਲ ਹੀ ਨਹੀਂ ਗੀ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ तो बेझिझक होकर इसको इस्तेमाल करो। सिर्फ 2.5-3 महीने ये 125 बीमारियां तक का इलाज कर सकता है। फी रिलीफ हमेशा याद रखो। बस कुछ दिनों तो मैनू बालों की बड़ी समस्या सी, मेरे बाल झड़ने शुरू हो गए सी। मैनू मेरे दोस्त ने ऑयल फी रिलीफ वाले दसिया, मैं ये तेल 3 महीने लाना अपने सिर ते अप्लाई किया। ये बिल्कुल आयुर्वैदिक तेल है, इसका कोई साइड इफेक्ट नहीं है। तो मेरे बाल जेडे गंजपन पैना शुरू हो गया सी, वो दोबारा आने लग गए। तो मैनू तो बड़ा फायदा दिता इसने। जे तुहानू भी किसी इस तरह की प्रॉब्लम का तुसीं सामना कर रहे हो तो ये तेल लाना ना भुल्लो। कितना किती असी अपने बालों करके शर्म फील करते हैं, कितनी सोसाइटी बैठे हैं कि कोई मजाक ना कर रहा है, पर थैंक्स टू फ्री रिलीफ जिन्हें मेरा एक कॉन्फिडेंस बिल्ड किया, जिहदे लगान नाल मैं मार्केट 'ਚ बड़ा ही कॉन्फिडेंट हाँ। और ये मैंने बड़ा फायदा होया। तो मैंने सर्वाइकल की भी दिक्कत सी, तो वो भी मैंने बड़ा रिलीफ मिले। ये यूज़ करो, तो मैं प्रैक्टिकल यूज़ कर रहा।